वाहिगुरु जी का खालसा वाहिगुरु जी की फतेह। गुर क्या ग्रह सेवक जो रहे गुरु की आज्ञा मन वैसा है। ਜਿਹੜਾ ਗੁਰ ਦੇ ਗ੍ਰਹਿ ਵਿੱਚ ਹੁਣ ਇਹ ਵੀ ਆਪਾਂ ਕਹਿ ਸਕਦੇ ਹਾਂ ਵੀ ਜਿਹੜਾ ਜਿਵੇਂ ਗੁਰੂ ਨਾਨਕ ਦੇਵ ਜੀ ਦੇ ਟਾਈਮ ਤੇ ਬਾਬਾ ਬੁੱਢਾ ਜੀ ਜਾਂ ਹੋਰ ਜਿਹੜੇ ਸੇਵਕ ਸੀਗੇ ਉਹ ਰਹਿੰਦੇ ਸੀਗੇ ਤੇ ਜਿਹੜੀ ਉਹ ਆਗਿਆ ਦਿੰਦੇ ਸੀ ਜਾਂ ਜਿਹੜਾ ਗਿਆਨ ਦਿੰਦੇ ਸੀ ਉਹਨੂੰ ਮਨ ਵਿੱਚ ਉਹਦੇ ਅਨੁਸਾਰ ਚੱਲਣ ਦੀ ਕੋਸ਼ਿਸ਼ ਕਰਦੇ ਸੀ। ਜਿਹੜਾ ਸੇਵਕ ਹੈਗਾ ਉਹ ਗਿਆਨ ਦੀ ਰੋਸ਼ਨੀ ਵਿੱਚ ਰਹਿੰਦਾ ਹੈਗਾ ਆਪਣੇ ਨਿੱਜ ਘਰ ਵਿੱਚ ਤੇ ਗਿਆਨ ਦੀ ਜਿਹੜੀ ਰੋਸ਼ਨੀ ਨੂੰ ਮਨ ਵਿੱਚ ਧਾਰਨ ਕਰਦਾ ਹੈਗਾ। ਉਹਦੇ ਤੇ ਆਨਾਕਾਨੀ ਨਹੀਂ ਕਰਦਾ ਕਿ ਗੁਰੂ ਨੇ ਕਿਹਾ ਕਿਹਾ ਗੁਰਬਾਣੀ ਵਿੱਚ ਕੀ ਕਿਹਾ ਗਿਆ ਹੈ ਕਿ ਮੈਂ ਉਹਦੇ ਅਨੁਸਾਰ ਕਰਦਾ ਹਾਂ। ਜੋ ਉਹਦੇ ਅਨੁਸਾਰ ਕਰਦਾ ਹੈ ਤਾਂ ਉਹਨੇ ਮਨ ਵਿੱਚ ਉਹਨੂੰ ਸਹਿਣ ਕਰ ਲਿਆ ਹੈ। ਗੁਰਬਾਣੀ ਵਿੱਚ ਜਿਹੜਾ ਸੱਚ ਹੈ ਉਹਦੇ ਅਨੁਸਾਰ ਆਪਣਾ ਜੀਵਨ ਢਾਲ ਕਰ ਲਿਆ ਹੈ। ਜੇ ਉਹ ਨਹੀਂ ਕਰਦਾ ਤਾਂ ਇਹਦਾ ਮਤਲਬ ਹੈ ਕਿ ਉਹ ਮਨ ਮਤ ਪਿੱਛੇ ਲੱਗਿਆ, ਆਪਣੀ ਮਤ ਛੱਡਦਾ ਨਹੀਂ ਹੈਗਾ। ਇਸ ਕਰਕੇ ਕਿਹਾ ਗਿਆ ਗੁਰ ਕੀ ਮਤੁ ਲੈ ਆਨੇ ਭਗਤੀ ਬਣਾਵੇ ਬੁੱਧੇ ਚਾਹੇ। ਇਸ ਕਰਕੇ ਆਪਸ ਕੋ ਕਰ ਕਛੁ ਨਾ ਜਨਾਵੇ ਹਰ ਹਰ ਨਾਮ ਜਿੱਦੇ ਸਾਡੇ ਧਿਆਨ ਹੈ। ਆਪਣੇ ਆਪ ਨੂੰ ਗਿਆਨ ਮੰਨਣਾ ਸਮਝੇ ਤੇ ਨਾ ਦੂਸਰਿਆਂ ਵਿੱਚ ਆਪਣੇ ਗਿਆਨ ਦਾ ਪ੍ਰਗਟਾਵਾ ਕਰੇ। ਹਰ ਨਾਮ ਜਿਹੜਾ ਮੂਲ ਹੈਗਾ ਉਹ ਸੱਚ ਦੇ ਗਿਆਨ ਨੂੰ ਹਿਰਦੇ ਵਿੱਚ ਸਦਾ ਹੀ ਧਿਆਨ ਕਰੀ ਜਾਵੇ। ਜਿਹੜਾ ਆਪਣਾ ਮੂਲ ਹੈਗਾ ਹਰ ਹੈਗਾ ਉਹ ਹਰ ਨਾਮ ਦਾ ਮਤਲਬ ਹੁਕਮ ਨੂੰ ਹਿਰਦੇ ਵਿੱਚ ਹਮੇਸ਼ਾ ਹੀ ਧਾਰਨ ਕਰੀ ਜਾਵੇ ਜਾਂ ਹਮੇਸ਼ਾ ਹੀ ਧਾਰਨ ਕਰਕੇ ਰੱਖੇ। ਮਨ ਵਿੱਚ ਸਤਿਗੁਰ ਕੇ ਪਾਸ ਤੇ ਸੇਵਕ ਕੇ ਕਾਰਜ। ਪਰ ਪਹਿਲਾਂ ਤੋਂ ਆਪਣੇ ਆਪ ਨੂੰ ਜਨਾਵੇ ਨਾ। ਦੂਜਾ ਹੈਗਾ ਹੁਕਮ ਨੂੰ ਆਪਣੇ ਹਿਰਦੇ ਵਿੱਚ ਧਾਰਨ ਕਰਕੇ ਰੱਖੇ। ਗੁਰ ਕੇ ਚਰਨ ਬਸੇ ਮੇਰੇ ਹੀਰੇ ਸੰਗ ਭਲਿਕਾ ਦੇਹੀ। ਜੇ ਗੁਰਬਾਣੀ ਦੇ ਜਿਹੜੇ ਗੁਣ ਹੈਗੇ 8 ਗੁਣ ਹੈਗੇ ਉਹਨਾਂ ਨੂੰ ਹਿਰਦੇ ਵਿੱਚ ਧਾਰਨ ਕਰਕੇ ਰੱਖੂਗਾ, ਉਹਨਾਂ ਵਿੱਚ ਧਿਆਨ ਰੱਖੂਗਾ, ਉਹਨਾਂ ਨੂੰ ਛੱਡੂਗਾ ਨਾ ਤਾਂ ਉਹਨਾਂ ਵਿੱਚ ਧਿਆਨ ਹੈਗਾ। ਤੇ ਮਨ ਵਿੱਚ ਸਤਿਗੁਰ ਕੇ ਪਾਸ ਤੇ ਸੇਵਕ ਕੀ ਕਾਰਜ। ਪਰ ਮਨ ਦੀ ਜਿਹੜੀ ਮੱਤ ਛੱਡ ਕੇ ਗੁਰ ਕੀ ਮੱਤ ਲੈ ਕੇ ਜੇ ਆਪਾਂ ਗੁਰ ਦੀ ਮੱਤ ਲੈ ਲਈਏ ਤਾਂ ਆਪਣਾ ਜਿਹੜਾ ਜੀਵਨ ਉਹ ਗੁਰਬਾਣੀ ਦੇ ਉਪਦੇਸ਼ ਅਨੁਸਾਰ ਹੋਣਾ ਚਾਹੀਦਾ ਹੈ। ਤਾਂ ਆਪਾਂ ਮਨ ਵੇਚਿਆ ਹੈਗਾ ਤੇ ਸਤਿਗੁਰ ਦੇ ਕੋਲ ਸੱਚ ਦੇ ਗਿਆਨ ਦੇ ਕੋਲ ਛੱਡ ਦਿੱਤਾ ਆਪਣਾ ਮਨ। ਭਗਤ ਸੂਰਦਾਸ ਜੀ ਦਾ ਵੀ ਵਚਨ ਹੈ ਸੂਰਦਾਸ ਮਨ ਪ੍ਰਭ ਜੀ ਨੂੰ ਇਹ ਪਰਲੋ ਕਿ ਆਪਣਾ ਮਨ ਜਿਹੜਾ ਉਹ ਸੱਚ ਨੂੰ ਸੌਂਪ ਦਿੱਤਾ ਤੇ ਹਿਰਦੇ ਘਰ ਵਿੱਚ ਵਾਸ ਕਰ ਲਿਆ ਨਿੱਜ ਘਰ ਵਿੱਚ। ਹੁਣ ਜਿਹੜਾ ਸੇਵਕ ਆਪਣਾ ਮਨ ਜਿਹੜਾ ਸਤਿਗੁਰੂ ਦੇ ਪਾਸ ਭਾਵ ਆਪਣੇ ਮਨ ਦੀ ਅਗਿਆਨਤਾ ਜਿਹੜੀ ਛੱਡ ਦਿੰਦਾ ਹੈ ਗੁਰਬਾਣੀ ਦੇ ਉਪਦੇਸ਼ ਦੁਆਰਾ ਸੱਚ ਦੇ ਗਿਆਨ ਦੁਆਰਾ ਸੇਵਕ ਹੁੰਦਾ ਉਹਦੇ ਕਾਰਜ ਪ੍ਰਾਪਤ ਹੋ ਜਾਂਦੇ ਹੈ। ਉਹ ਸੱਚ ਦੀ ਸਮਝ ਆਉਣ ਲੱਗ ਜਾਂਦੀ ਹੈ। ਸੇਵਾ ਕਰਤ ਹੋਏ ਨਿਕਾਮੀ ਕਿਸ ਕੋ ਹੋਰ ਪ੍ਰਾਪਤ ਪਾਵੇ। ਉਹ ਸੇਵਾ ਕਰਦਾ ਹੋਇਆ ਨਿਕਾਮੀ ਹੁੰਦਾ ਹੈ। ਨਿਕਾਮੀ ਕੀ ਹੁੰਦਾ ਹੈ? ਜਿੰਨਾ ਚਿਰ ਮੰਨਦਾ ਕਿ ਮੈਂ ਕੁਛ ਕਰਦਾ ਹੈਗਾ ਉਹਨਾਂ ਚਿਰ ਇਹ ਗਰਭ ਜੂਨੀ ਵਿੱਚ ਫਿਰਦਾ ਹੈ ਕਿਉਂਕਿ ਹੰਕਾਰ ਹੈਗਾ। ਪਰ ਜਦੋਂ ਇਹਨੂੰ ਪਤਾ ਹੈ ਕਿ ਸਾਰਾ ਕੁਛ ਹੁਕਮ ਵਿੱਚ ਹੁੰਦਾ ਮੈਂ ਤਾਂ ਕੁਛ ਕਰਦਾ ਨਹੀਂ ਹੈਗਾ ਫਿਰ ਇਹ ਸੇਵਾ ਕਰਦਾ ਹੋਇਆ ਨਿਸ਼ਕਾਮ ਸੇਵਾ ਕਰਦਾ ਹੈ। ਕਿਉਂਕਿ ਹੁਕਮ ਦੀ ਜਿਹੜੀ ਸੇਵਾ ਸੱਚ ਦੀ ਜਿਹੜੀ ਸੇਵਾ ਆਪਾਂ ਕਿਸੇ ਨੂੰ ਕੁਛ ਦੇਣਾ ਲੈਣਾ ਤਾਂ ਹੁੰਦਾ ਨਹੀਂ ਹੈਗਾ। ਆਤਮਾ ਦੀ ਸੇਵਾ ਜਿਹੜੀ ਹੈਗੀ ਆ ਉਹ ਨਿਸ਼ਕਾਮ ਸੇਵਾ ਹੈਗੀ ਹੈ। ਨਿਰਾਕਾਰ ਦੀ ਸੇਵਾ ਨਿਸ਼ਕਾਮ ਸੇਵਾ ਹੈਗੀ ਹੈ। ਕਿਸ ਕੋ ਹੋਤ ਪ੍ਰਾਪਤ ਹੋਵੇ ਕਹਿੰਦੇ ਉਹਨੂੰ ਹੀ ਸੱਚ ਦੀ ਸਮਝ ਆਉਂਦੀ ਹੈ, ਉਹਨੂੰ ਹੀ ਹੁਕਮ ਦੀ ਸਮਝ ਆਉਂਦੀ ਹੈ। ਹੁਕਮ ਨੂੰ ਪਰਮ ਬਾਤ ਪਾਏ ਉਹਨੂੰ ਉਹੀ ਹੁਕਮ ਨੂੰ ਬੁੱਝ ਸਕਦਾ ਹੈ। ਜਿਹੜਾ ਸੇਵਾ ਕਰਦਾ ਹੋਇਆ ਨਿਸ਼ਕਾਮ ਸੇਵਾ ਕਰਦਾ ਉਹਦੇ ਪਿੱਛੇ ਇੱਛਾ ਨਹੀਂ ਰੱਖਦਾ ਕਿ ਮੈਨੂੰ ਜੇ ਕੋਈ ਪਾਠ ਪੜ੍ਹਦਾ ਤਾਂ ਉਹ ਕਹਿੰਦਾ ਕਿ ਮੇਰਾ ਕੰਮ ਹੋ ਜਾਏ। ਤੇ ਇਸੇ ਕਰਕੇ ਜਿਹੜੇ ਲੋਕ ਲਾਲਚੀ ਹੋ ਜਾਂਦੇ ਹੈਗੇ ਆ। ਜੇ ਨਹੀਂ ਹੁੰਦਾ ਤੇ ਫਿਰ ਉਹ ਸਿੱਖ ਧਰਮ ਨੂੰ ਛੱਡ ਕੇ ਕਿਸੇ ਹੋਰ ਬਾਬੇ ਕੋਲ ਚਲੇ ਜਾਂਦਾ ਹੈਗਾ। ਮਿਲਣਾ ਤਾਂ ਉੱਥੋਂ ਵੀ ਕੁਛ ਨਹੀਂ ਹੁੰਦਾ ਪਰ ਇਹ ਭਰਮ ਦਾ ਭਰਮੇ ਭੂਲਾ ਤਾਂ ਉਹਦੇ ਸਥਾਨ ਨਿਮਕ ਮੈਂ 4 ਕੁੰਡ ਫਿਰੀ ਆਵੇ। ਭਰਮ ਦਾ ਭੁੱਲਿਆ ਕਦੇ ਇੱਧਰ ਕਦੀ ਕਿਸੇ ਪਾਸੇ ਕਦੀ ਕਿਸੇ ਪਾਸੇ ਭੱਜਿਆ ਕਰਦਾ ਹੈ। ਆਪਣੀ ਕਿਰਪਾ ਜਿਸ ਆਪ ਕਰੇ ਨਾਨਕ ਸੋ ਸੇਵਕ ਗੁਰ ਕੀ ਮਤ ਲੈ। ਕਹਿੰਦੇ ਆਪਣੀ ਕਿਰਪਾ ਹੁਣ ਜਿਹਦੇ ਤੇ ਜਿਹੜਾ ਆਪਣੇ ਤੇ ਕਿਰਪਾ ਆਪ ਕਰਦਾ ਹੈ ਭਾਵ ਜਿਹੜਾ ਆਪ ਸ਼ਬਦ ਦੀ ਵਿਚਾਰ ਕਰਦਾ ਹੈ ਜਿਹੜਾ ਆਪਣੇ ਆਪ ਨੂੰ ਸਵਾਰਦਾ ਹੈਗਾ ਨਾਨਕ ਸੋ ਸੇਵਕ ਗੁਰ ਕੀ। ਨਾਨਕ ਜੀ ਕਹਿੰਦੇ ਹਨ ਕਿ ਉਹ ਜਿਹੜਾ ਸੇਵਕ ਹੈਗਾ ਉਹ ਗਿਆਨ ਵਾਲੀ ਮੱਤ ਲੈਂਦਾ ਹੈ। ਹੋਰ ਦੂਸਰਾ ਜਿਹੜਾ ਹੈਗਾ ਉਹ ਨਹੀਂ ਲੈਂਦਾ ਹੈਗਾ ਕਿਉਂਕਿ ਹਰੇਕ ਦੇ ਅੰਦਰ ਹੀ ਪ੍ਰੋਬਲਮ ਹੈ, ਹਰੇਕ ਦੇ ਅੰਦਰ ਹੀ ਅਗਿਆਨਤਾ ਹੈ ਤੇ ਜੇ ਉਹ ਅਗਿਆਨਤਾ ਨੂੰ ਖਤਮ ਕਰਨ ਦੀ ਕੋਸ਼ਿਸ਼ ਕਰੂਗਾ ਤਾਂ ਹੀ ਸੱਚ ਦਾ ਗਿਆਨ ਲਊਗਾ ਨਹੀਂ ਤਾਂ ਨਹੀਂ ਲਊਗਾ। ਗੁਰਬਾਣੀ ਦਾ ਵਚਨ ਹੈ ਰਤਨਾ ਪਾਰਖ ਜੋ ਹੋਵੇ ਸੋ ਰਤਨਾ ਕਰੇ ਵਿਚਾਰ
ਹੁਣ ਜਿਹਨੂੰ ਰਤਨਾ ਦੀ ਪਰਖ, ਸੱਚ ਦੀ ਪਰਖ ਹੋਵੇ, ਉਹ ਰਤਨਾ ਦੀ, ਉਹ ਸੱਚ ਦੀ ਵਿਚਾਰ ਕਰਦਾ ਹੈਗਾ। ਕਹਿੰਦੇ ਰਤਨਾ ਸਾਰ ਨਾ ਜਾਣੀ ਅਗਿਆਨੀ ਅੰਧਾਰ। ਜਿਹੜਾ ਅਗਿਆਨੀ ਹੁੰਦਾ ਹੈ ਉਹ ਅੰਧਾ ਹੁੰਦਾ, ਉਹਦੇ ਅੰਦਰ ਅਗਿਆਨਤਾ ਹੁੰਦੀ, ਉਹ ਰਤਨਾ ਦੀ ਜਿਹੜੀ ਸੱਚ ਦੀ ਜਿਹੜੀ ਸਮਝ ਹੁੰਦੀ ਉਹਨੂੰ ਸਮਝਦਾ ਨਹੀਂ, ਉਹਦੀ ਕੀਮਤ ਨੂੰ ਨਹੀਂ ਜਾਣਦਾ ਹੈਗਾ। ਰਤਨ ਗੁਰੂ ਕਾ ਸ਼ਬਦ ਹੈ ਬੂਝੇ ਬੂਝਾ। ਜਿਹੜਾ ਗੁਰਬਾਣੀ ਦਾ ਉਪਦੇਸ਼ ਹੈਗਾ ਉਹਦੇ ਵਿੱਚ ਗੁਰਬਾਣੀ ਮੈਂ ਹਰ ਨਾਮ ਤੋਂ ਹੈ, ਉਹਦੇ ਵਿੱਚ ਨਾਮ ਜਿਹੜਾ ਗੁਰੂ ਹੈਗਾ, ਜਿਹੜਾ ਅਗਿਆਨਤਾ ਤੋਂ ਰੋਸ਼ਨੀ ਕਰਨਾ, ਉਹ ਸਮਾਇਆ ਹੋਇਆ ਹੈ। ਬੂਝੇ ਬੂਝੇ ਵਿਚਾਰੂਗਾ ਸ਼ਬਦ ਨੂੰ ਉਹ ਬੁੱਝ ਲਏਗਾ। ਜਿਵੇਂ ਕਿ ਭਗਤ ਕਬੀਰ ਜੀ ਦਾ ਬਚਨ ਹੈ, ਖੋਜਤ ਬੂਝਤ ਜਬ ਕਰਤ ਵਿਚਾਰਾ, ਭਗਤਨ ਸਰਤਨ ਲਾਗਤ ਵਾਰਾ। ਜਿਵੇਂ ਜਿਵੇਂ ਆਪਾਂ ਗੁਰਬਾਣੀ ਦੀ ਖੋਜ ਕਰਦੇ ਹਾਂ, ਗੁਰਬਾਣੀ ਦੇ ਵਿੱਚ ਹੀ ਸ਼ਬਦਾਂ ਦੇ ਅਰਥ ਮਿਲ ਜਾਂਦੇ ਹਨ। ਜਿਵੇਂ ਜਿਵੇਂ ਅਰਥ ਮਿਲਦੇ ਹਨ ਤੇ ਆਪਾਂ ਨੂੰ ਉਹਦੀ ਅੱਗੇ ਤੋਂ ਅੱਗੇ ਸਮਝ ਵੱਧਦੀ, ਕਿਉਂਕਿ ਜੇ ਆਪਾਂ ਨੂੰ ਪਹਿਲਾਂ ਇੱਕ ਸ਼ਬਦ, ਇੱਕ ਜਿਹੜਾ ਕੋਈ ਵੀ ਸ਼ਬਦ ਹੈਗਾ ਉਹਦਾ ਅਰਥ ਨਹੀਂ ਪਤਾ, ਤੇ ਜੇ ਉਹਦਾ ਇੱਕ ਅਰਥ ਪਤਾ ਲੱਗੇ, ਕਮ ਸੇ ਕਮ ਉਹਦੀ ਇੱਕ ਤੱਤ ਮਿਲ ਗਿਆ, ਇੱਕ ਸ਼ਬਦ ਦੀ ਸਮਝ ਲੱਗ ਗਈ। ਇੱਦਾਂ ਫਿਰ ਉਹ ਸ਼ਬਦ ਦੇ ਅਰਥ ਤਾਂ ਦੂਸਰੇ ਜਗ੍ਹਾ ਆ ਜਾਂਦੇ ਨੇ, ਦੋ ਸ਼ਬਦਾਂ ਦੀ ਸਮਝ ਆ ਗਈ। ਇਸ ਤਰ੍ਹਾਂ ਗੁਰਬਾਣੀ ਅੱਗੇ ਤੋਂ ਅੱਗੇ ਆਪਣੇ ਅਰਥ ਆਪ ਹੀ ਸਪਸ਼ਟ ਕਰੀ ਜਾਂਦੀ ਹੈ। ਇਸੇ ਕਰਕੇ ਬਾਣੀ ਨੂੰ ਗੁਰੂ ਕਿਹਾ ਗਿਆ ਹੈ। ਪਰ ਸਿਰਫ ਸ਼ਰਤ ਇਹਦੇ ਵਿੱਚ ਹੈ ਕਿ ਜਿਹੜਾ ਸਮਝਣ ਵਾਲਾ ਹੈਗਾ ਉਹ ਆਪਣੀ ਬੁੱਧੀ ਛੱਡ ਕੇ ਗੁਰਬਾਣੀ ਨੂੰ ਗੁਰੂ ਮੰਨ ਕੇ ਉਹ ਤੋਂ ਸਮਝਣ ਦੀ ਕੋਸ਼ਿਸ਼ ਕਰੇ ਤਾਂ ਮੇਰੀ ਸਮਝ ਆ ਜਾਂਦੀ ਹੈ। ਆਪਣੀ ਕਿਰਪਾ ਜਿਸ ਆਪ ਕਰੇ ਨਾਨਕ ਸੋ ਸੇਵਕ ਗੁਰੂ ਕੀ ਮਤ। ਇਸ ਤਰ੍ਹਾਂ ਜੇ ਸੇਵਕ ਆਪਣੇ ਤੇ ਕਿਰਪਾ ਇਹੀ ਕਰਦਾ ਹੈ ਕਿ ਸ਼ਬਦ ਦੀ ਵਿਚਾਰ ਕਰਦਾ ਹੈ, ਸ਼ਬਦ ਦੀ ਵਿਚਾਰ ਕਰਨ ਦੇ ਨਾਲ ਇਹਦੇ ਗਿਆਨ ਦਾ ਇਹਦੇ ਗਿਆਨ ਦਾ ਵਾਧਾ ਹੁੰਦਾ ਹੈ। ਨਾਨਕ ਜੀ ਕਹਿੰਦੇ ਹਨ ਉਹ ਜਿਹੜਾ ਸੇਵਕ ਗੁਰੂ ਦੀ ਮੱਤ ਲੈ ਲੈਂਦਾ ਹੈਗਾ, ਕਿਉਂਕਿ ਗਿਆਨ ਤੋਂ ਹੀ ਸਮਝ ਕਰਨਾ ਹੈ ਕੀ ਸਹੀ ਹੈ ਕੀ ਗਲਤ ਹੈ। बीस विश्व गुरु का मन मानना सो सेवक परमेश्वर की गत जान है। और ये तो किसी भी देखा होगा कि कोई भी अंदर प्रॉब्लम है, किसी के अंदर अज्ञानता है या कोई चीज छड्डनी है तो उन्हें हौली हौली छड्डिया जा सकता है, एकदम नहीं छड्डिया जा सकता। जिवें जिवें आपां नूं ज्ञान मिलता है, जे आपां नूं मन्नी जाइए कि जिहड़ी चीज छड्डण नूं किहा गया है वो छड्डी जाइए ਤਾਂ ਹੌਲੀ ਹੌਲੀ ਜਿਹੜਾ ਮਨ ਹੈਗਾ, ਕਹਿੰਦੇ ਬੀਸ ਵਿਸਵੈ ਗੁਰ ਕਾ ਮਨ ਮੰਨ ਹੈ। 100% ਹੈਗਾ ਗਿਆਨ ਨੂੰ ਜਿਹੜਾ ਗੁਰਬਾਣੀ ਦੇ ਉਪਦੇਸ਼ ਨੂੰ ਮਨ ਜਿਹੜਾ ਮੰਨਣ ਲੱਗ ਜਾਂਦਾ ਹੈ। ਜਿਹੜਾ ਸੇਵਕ ਹੁੰਦਾ ਹੈਗਾ ਉਹ ਪਰਮੇਸ਼ਰ ਦੀ ਗਤੀ ਉਹਦੇ ਵਿੱਚ ਚੱਲਦਾ ਉਹਨੂੰ ਤੇ ਹੌਲੀ ਹੌਲੀ ਉਹਦੇ ਵਿੱਚ ਸਮਝ ਆਉਣੀ ਸ਼ੁਰੂ ਹੋ ਜਾਂਦੀ ਹੈਗੀ ਹੈ ਕਿ ਸਾਰਾ ਕੁਛ ਜੋ ਕੁਛ ਵੀ ਹੋ ਰਿਹਾ ਹੈ ਹੁਕਮੇ ਆਵੇ ਹੁਕਮੇ ਜਾਏ ਹੁਕਮੇ ਰਿਹਾ ਸਮਾਈ। ਫਿਰ ਉਹਨੂੰ ਇਸ ਚੀਜ਼ ਦੀ ਸਮਝ ਆਉਣ ਲੱਗ ਜਾਂਦੀ ਹੈ ਕਿ ਸਾਰਾ ਕੁਛ ਪਰਮੇਸ਼ਰ ਦਾ ਕੀਤਾ ਹੋਇਆ ਹੈ ਜਾਂ ਪਰਮੇਸ਼ਰ ਹੀ ਕਰ ਰਿਹਾ ਹੈ। 100% 20 ਵਿਸਵੇ ਦਾ ਮਤਲਬ 100% ਜੇ ਗਿਆਨ ਨੂੰ ਗੁਰਬਾਣੀ ਦੇ ਉਪਦੇਸ਼ ਨੂੰ ਪਹਿਲਾਂ ਤਾਂ ਸੁਣੇ ਸਹੀ ਤੇ ਮੰਨੇ, ਫਿਰ ਉਹਦੇ ਅਨੁਸਾਰ ਚੱਲੇ ਭਾਣੇ ਵਿੱਚ ਰਹੇ ਤਾਂ ਉਹਨੂੰ ਫਿਰ ਜਿਹੜੀ ਹੈਗੀ ਆ ਹੁਕਮ ਦੀ ਜਾਂ ਪਰਮੇਸ਼ਰ ਦੀ ਜਿਹੜੀ ਸਮਝ ਆ ਉਹ ਆਉਣੀ ਸ਼ੁਰੂ ਹੋ ਜਾਂਦੀ ਆ। ਉਹ ਹੁਕਮ ਅਨੁਸਾਰ ਹੀ ਹੋ ਜਾਂਦਾ। ਜਦੋਂ ਕਿਸੇ ਦੀ ਅੱਖ ਖੁੱਲ ਜਾਂਦੀ ਹੈ ਕਿ ਸਾਰਾ ਕੁਛ ਉਹੀ ਕਰਨ ਵਾਲਾ, ਤਾਂ ਫਿਰ ਉਹ ਆਪਣੀ ਮਰਜ਼ੀ ਦਾ ਉਹਦੀ ਵੈਲਿਊ ਰਹਿ ਨਹੀਂ ਜਾਂਦੀ। ਜਦ ਕਰ ਹੀ ਨਹੀਂ ਸਕਦਾ ਤਾਂ ਫਿਰ ਉਹਨੂੰ ਮੰਨਣ ਦਾ ਵੀ ਕੋਈ ਫਾਇਦਾ ਨਹੀਂ ਹੈਗਾ। ਕਹਿੰਦੇ ਸੋ ਸਤਿਗੁਰ ਜਿਸ ਰਿਦੇ ਹਰ ਨਾਉ ਅਨਕ ਬਾਰ ਗੁਰ ਕੋ ਬਲ ਜਾਓ। ਸੋ ਸਤਿਗੁਰ ਅਸਲ ਵਿੱਚ ਸਤਿਗੁਰ ਉਹ ਹੈ ਜਾਂ ਸੱਚ ਦਾ ਗਿਆਨ ਉਹ ਹੈ ਜਿਹਦੇ ਹਿਰਦੇ ਵਿੱਚ ਸ਼ਬਦ ਗੁਰੂ ਪ੍ਰਗਟ ਹੋਇਆ ਹੈ ਜਾਂ ਸ਼ਬਦ ਗੁਰੂ ਦੀ ਸਮਝ ਹੈ, ਹੁਕਮ ਦੀ ਸਮਝ ਹੈ। ਅਨੇਕ ਵਾਰ ਗੁਰ ਕੋ ਬਲ ਜਾਓ, ਅਨੇਕਾਂ ਹੀ ਵਾਰ ਗਿਆਨ ਤੋਂ ਬਲ ਜਾਂਦਾ, ਗਿਆਨ ਦੇ ਅੱਗੇ ਹੁਕਮ ਦੇ ਅੱਗੇ ਸਿਰ ਝੁਕਾਉਂਦਾ ਹੈ। ਅਨੇਕਾਂ ਵਾਰ ਜਾਂ ਕੋਈ ਵੀ ਕੰਮ ਕੋਈ ਪੁੱਛਦਾ ਜਾਂ ਕੋਈ ਗੁਰਬਾਣੀ ਦਾ ਕੁਐਸਚਨ ਹੁੰਦਾ ਜਾਂ ਪ੍ਰਸ਼ਨ ਹੁੰਦਾ ਕਿਸੇ ਦਾ ਵੀ ਕੋਈ, ਤੇ ਉਹ ਗੁਰਬਾਣੀ ਦੀ ਰੋਸ਼ਨੀ ਵਿੱਚ ਹੀ ਆਪਣੀ ਮਨ ਬੁੱਧੀ ਨੂੰ ਛੱਡਿਆ ਹੁੰਦਾ ਹੈ। ਮਨ ਬੁੱਧੀ ਨੂੰ ਛੱਡ ਦੇਣਾ ਤੇ ਗੁਰਬਾਣੀ ਅਨੁਸਾਰ ਚੱਲਣਾ ਹੀ ਗੁਰਬਾਣੀ ਤੋਂ ਬਲ ਜਾਣਾ ਹੈ। ਆਪਣਾ ਜਿਹੜਾ ਬਲ ਗੁਰਬਾਣੀ ਦੇ ਅੱਗੇ ਹਾਰਨਾ ਹੈ, ਆਪਣੀ ਬੁੱਧੀ ਤੇ ਗੁਰਬਾਣੀ ਦਾ ਜਿਹੜਾ ਗਿਆਨ ਹੈ, ਗੁਰਬਾਣੀ ਦਾ ਜਿਹੜਾ ਉਪਦੇਸ਼ ਲਾਗੂ ਕਰਨਾ ਹੈਗਾ। ਤੇ ਜੇ ਆਪਾਂ ਲਾਗੂ ਨਹੀਂ ਕੀਤਾ ਹੈਗਾ ਤਾਂ ਆਪਾਂ ਗੁਰੂ ਤੋਂ ਬਲ ਨਹੀਂ ਜਾ ਰਹੇ, ਤੋਂ ਬਲਹਾਰ ਨਹੀਂ ਜਾ ਰਹੇ, ਉਹਦੇ ਅੱਗੇ ਆਪਾਂ ਸਰੈਂਡਰ ਨਹੀਂ ਹੈਗੇ। ਤੇ ਜੇ ਆਪਾਂ ਉਹਦੇ ਅੱਗੇ ਆਪਣਾ ਮਨ ਬੁੱਧੀ ਤਨ ਮਨ ਧਨ ਸੌਂਪਿਆ ਹੈਗਾ, ਸਰੈਂਡਰ ਕੀਤਾ, ਕੰਪਲੀਟ ਸਰੈਂਡਰ ਕੀਤਾ ਹੈਗਾ, ਤਾਂ ਫਿਰ ਉਹ ਜੋ ਬੋਲਦਾ ਹੈਗਾ ਉਹ ਹੁਕਮ ਦੀ ਜੋ ਹੈਗੀ ਆ ਬੋਲੀ ਉਹ ਹੀ ਬੋਲਦਾ ਹੈਗਾ।
ਜਿਉਂ ਬੁਲਾਵੇ ਤੋਂ ਨਾਨਕ ਦਾਸ ਬੋਲੇ। ਜਿਉਂ ਜਿਉਂ ਹੁਕਮ ਬੁਲਾਉਂਦਾ ਹਰ ਇੱਕ ਬੋਲੇ, ਹਰ ਇੱਕ ਬੁਲਾਵੇ ਗੁਰ ਪੂਰੇ ਹਰ ਇੱਕ ਦਿਖਾਇਆ। ਫਿਰ ਉਹਨੂੰ ਜਿਹੜਾ ਹਰ ਹੈਗਾ ਆਪਣਾ ਜਿਹੜਾ ਮੂਲ ਹੈ ਉਹ ਗੁਰ ਹੈਗਾ, ਉਹੀ ਬੋਲਣ ਵਾਲਾ ਹੈਗਾ, ਉਹਨੂੰ ਅੱਗੇ ਹੁਕਮ ਬੁਲਾਉਣ ਵਾਲਾ ਹੈਗਾ। ਤੇ ਜੇ ਉਹ ਹੁਕਮ ਬੁਲਾਉਣ ਵਾਲਾ ਹੈਗਾ ਤਾਂ ਫਿਰ ਇਹਨਾਂ ਜੀਆਂ ਦੇ ਹੱਥ ਵਿੱਚ ਜਿਹੜੇ ਜੀਵ ਹੈਗੇ ਇਹਨਾਂ ਦੇ ਹੱਥ ਵਿੱਚ ਕੁਛ ਨਹੀਂ ਹੈਗਾ। ਇੱਕ ਸੋਰਸ ਹੈਗਾ, ਜਿਵੇਂ ਫੋਨ ਨੂੰ ਆਪਾਂ ਯੂਜ਼ ਕਰਦੇ ਇੱਕ ਦੂਸਰੇ ਨਾਲ ਕਮਿਊਨੀਕੇਟ ਕਰਨ ਲਈ, ਇਸੇ ਤਰ੍ਹਾਂ ਇਹ ਜਿਹੜਾ ਸਰੀਰ ਹੈ ਇੱਕ ਕਮਿਊਨੀਕੇਸ਼ਨ ਦਾ ਹੀ ਇੰਸਟਰੂਮੈਂਟ ਹੈਗਾ। ਵਿੱਚ ਸਰਬ ਨਿਧਾਨ ਜੀ ਕਾ ਦਾਤਾ ਆਠ ਪਹਿਰ ਪਾਰਬ੍ਰਹਮ ਰੰਗਿਆਤਾ। ਜਿਹੜਾ ਅੱਠੇ ਪੈਰ ਹੁਕਮ ਦੇ ਰੰਗਾਂ ਵਿੱਚ ਰੰਗਿਆ ਰਹਿੰਦਾ ਹੈ, ਭਾਵ ਹੁਕਮ ਦੀ ਵਿਚਾਰ ਕਰਦਾ ਰਹਿੰਦਾ ਹੈ, ਸ਼ਬਦ ਵਿਚਾਰ ਕਰਦਾ ਰਹਿੰਦਾ ਹੈ, ਉਹਦੇ ਕੋਲ ਸਾਰੇ ਖਜ਼ਾਨੇ ਹੁੰਦੇ ਹਨ। ਸਾਰੇ ਖਜ਼ਾਨੇ ਦੀ ਸਮਝ ਹੁੰਦੀ ਹੈ। ਉਹ ਜੀਆਂ ਕਾ ਦਾਤਾ, ਮਤਲਬ ਜੀਆਂ ਕਾ ਦਾਤਾ ਤਾਂ ਹੁਕਮ ਹੈ, ਕਿਉਂਕਿ ਹੁਕਮ ਅਨੁਸਾਰ ਹੀ ਹੈ। ਹੁਕਮ ਅਨੁਸਾਰ ਹੀ ਉਹ ਦੂਸਰਿਆਂ ਨੂੰ ਵੀ ਉਹ ਸਾਰੇ ਖਜ਼ਾਨੇ ਭਾਵ ਆਤਮ ਗਿਆਨ, ਬ੍ਰਹਮ ਗਿਆਨ ਦੀ ਜਾਣਕਾਰੀ ਦੇ ਸਕਦਾ ਹੈ। ਇਸ ਤਰ੍ਹਾਂ ਉਹ ਜੀ ਦਾਨ ਤੇ ਭਗਤੀ ਲਾਇਨ ਹਰਸ਼ੋਂ ਲੈਣ ਮਿਲਾਏ। ਉਹ ਜੀ ਨੂੰ ਦਾਨ ਦੇਣ ਵਾਲਾ ਹੈ ਤੇ ਭਗਤੀ ਦੇ ਨਾਲ ਮਿਲਾਉਣ ਵਾਲਾ ਹੈ, ਪਰ ਮਿਲਾਉਣ ਵਾਲਾ ਪਿੱਛੇ ਹੁਕਮ ਹੀ ਹੈ, ਉਹਦਾ ਵਿੱਚ ਇੱਕ ਪੁਤਲਾ ਹੀ ਹੈ, ਔਰ ਉਸ ਤੋਂ ਬਾਅਦ ਕੁਛ ਨਹੀਂ ਹੈਗਾ। ਇਸ ਕਰਕੇ ਜਿਹੜਾ ਸਰੀਰ ਹੈ ਉਹਨੂੰ ਬਹੁਤੀ ਅਹਿਮੀਅਤ ਨਹੀਂ ਦੇਣ ਦੀ ਲੋੜ। ਜਿਹੜਾ ਉਹਦੇ ਵਿੱਚ ਗਿਆਨ ਹੈਗਾ ਉਹਨੂੰ ਸਮਝਣ ਦੀ ਹੀ ਲੋੜ ਹੈ। ਬ੍ਰਹਮ ਜਨ ਜਨਮੈ ਪਾਰ ਬ੍ਰਹਮ, ਏਕੇ ਆਪ ਨਹੀਂ ਕਛੁ। ਜਦੋਂ ਜਿਹੜਾ ਮੂਲ ਹੁੰਦਾ ਉਹਦੀ ਅਵਸਥਾ ਇਸ ਤਰ੍ਹਾਂ ਹੁੰਦੀ ਹੈ, ਜਦੋਂ ਉਹਨੇ ਆਪਣੇ ਮਨ ਨੂੰ ਜਿੱਤ ਲਿਆ ਹੁੰਦਾ ਹੈ। ਬ੍ਰਹਮ ਜਨ, ਜਦੋਂ ਮਨ ਨੂੰ ਜਿੱਤ ਲਿਆ ਹੁੰਦਾ ਹੈ ਤਾਂ ਉਦੋਂ ਜਿਹੜਾ ਇਹ ਬ੍ਰਹਮ ਬਣ ਜਾਂਦਾ ਹੈ। ਪਰ ਜਿਵੇਂ ਇਹ ਬ੍ਰਹਮ ਬਣਦਾ ਹੈ, ਸੱਚ ਦੀ ਸਮਝ ਲੈ ਲੈਂਦਾ ਹੈ, ਹੁਕਮ ਨੂੰ ਬੁੱਝ ਲੈਂਦਾ ਹੈ ਤੇ ਪੂਰਨ ਬ੍ਰਹਮ ਬਣ ਜਾਂਦਾ ਹੈ। ਜਦੋਂ ਪੂਰਨ ਬ੍ਰਹਮ ਬਣ ਜਾਂਦਾ ਹੈ ਤਾਂ ਪੂਰਨ ਬ੍ਰਹਮ ਜਿਹੜਾ ਅੱਗੇ ਉਹਨੇ ਹੁਕਮ ਦੇ ਵਿੱਚ ਸਮਾਉਣਾ, ਉਹਦੀ ਜਿਹੜੀ ਦੇਹੀ ਸ਼ਬਦ ਗੁਰੂ ਹੈਗੀ ਹੈ। ਤੇ ਇਸ ਤਰ੍ਹਾਂ ਜਿਹੜਾ ਬ੍ਰਹਮ ਹੈ ਜਨ ਜਨਮੈ ਪਾਰ ਬ੍ਰਹਮ, ਏਕੇ ਆਪ ਨਹੀਂ ਕਛੁ। ਹੁਣ ਜਦੋਂ ਇਹਦੇ ਅੰਦਰ ਧੁਰਕੀ ਬਾਣੀ ਆਈ ਤੇ ਸਗਲੀ ਚਿੰਤ ਮਿਟਾਈ, ਜਦੋਂ ਇਹਦਾ ਸ਼ਬਦ ਨਾਲ ਸੰਪਰਕ ਹੋ ਜਾਂਦਾ ਹੈ, ਜਦੋਂ ਇਹਦੇ ਨਾਲ ਉਹਨੂੰ ਜਿਹੜਾ ਅੰਦਰੋਂ ਸ਼ਬਦ ਸੁਣਨ ਲੱਗ ਜਾਂਦਾ ਹੈ, ਉਸ ਸਮੇਂ ਜਿਹੜਾ ਇਹ ਜਨ ਤੇ ਪਾਰ ਬ੍ਰਹਮ ਦੇ ਵਿੱਚ ਜਿਹੜਾ ਕੋਈ ਫਰਕ ਨਹੀਂ ਰਹਿ ਜਾਂਦਾ, ਇਹ ਇੱਕੋ ਹੀ ਹੋ ਜਾਂਦੇ ਹਨ। ਏਕੇ ਆਪ ਨਹੀਂ ਕਛੁ। ਉਸ ਸਮੇਂ ਜਿਹੜੇ ਇੱਕੋ ਹੀ ਹੈ ਤੇ ਇਹਦੇ ਵਿੱਚ ਕੁਝ ਭਰਮ ਕਰਨ ਦੀ ਲੋੜ ਨਹੀਂ ਹੈਗੀ। ਕਹਿੰਦੇ ਹਰ ਕਾ ਸੇਵਕ ਸੋ ਹਰਿ ਜੀਆ, ਭੇਦ ਨਾ ਜਾਣ ਮਾਨੁਖ ਦੇਆ। ਜਿਹੜਾ ਹਰ ਦਾ ਸੇਵਕ ਉਹ ਹਰੇ ਬਣ ਜਾਂਦਾ ਹੈਗਾ। ਜਿਹੜਾ ਸਰੀਰ ਆ ਉਹ ਪੁੱਤਰੇ ਦੇ ਵਿੱਚੋਂ ਜਿਹੜੀ ਮਨੌਤ ਆ ਉਹਦੇ ਬਾਰੇ ਕੋਈ ਭਰਮ ਨਹੀਂ ਕਰਨ ਦੀ ਲੋੜ ਹੈਗੀ, ਉਹਨੂੰ ਨਹੀਂ ਸਮਝਣਾ ਚਾਹੀਦਾ ਹੈਗਾ। ਉਹਦੇ ਵਿੱਚ ਜਿਹੜਾ ਗਿਆਨ ਹੈਗਾ ਉਹੀ ਤੱਤ ਹੈਗਾ, ਉਹਨੂੰ ਵੀ ਸਮਝਣ ਦੀ ਲੋੜ ਹੈ। ਸਰੀਰ ਤਾਂ ਉਹਨੇ ਭਰਮ ਕਰਕੇ ਲਿਆ ਸੀ, ਜਦੋਂ ਗਿਆਨ ਹੋ ਗਿਆ ਭਰਮ ਉਹਦਾ ਟੁੱਟ ਗਿਆ। ਫੂਟੋ ਆਂਡਾ ਭਰਮ ਦਾ ਮਨੇ ਪੈ ਪ੍ਰਗਾਸਾ, ਜਦੋਂ ਉਹਦਾ ਭਰਮ ਦਾ ਆਂਡਾ ਫਟ ਗਿਆ, ਮਨ ਦੇ ਵਿੱਚ ਵਿਕਾਸ ਹੋ ਗਿਆ। ਸਰਵ ਵਿਆਪੀ ਰਾਮ ਸੰਗੀ ਰਤਨ, ਜਿਨੀ ਇਹ ਜਾਤਾ ਤਿਨਕੀ ਇਹ ਰਹਿਤ ਸਤ ਵਚਨ ਸਾਧੂ ਸੰਕੈ। ਹੁਣ ਜਿਹਨਾਂ ਨੇ ਇਹ ਜਾਣ ਲਿਆ ਹੁੰਦਾ ਹੈ ਫਿਜ਼ੀਕਲ ਦੇਹੀ, ਉਹਦਾ ਭਰਮ ਖਤਮ ਹੋ ਜਾਂਦਾ ਹੈਗਾ। ਉਹ ਹੁਕਮ ਸ਼ਬਦ ਦੀ ਤੋਰੀ ਅਕਾਲ ਮੂਰਤ ਸਾਧ ਸੰਤਨ ਕੀ ਠਾਹਰ ਨੀਕੀ ਧਿਆਨ ਕਰੋ। ਸਭ ਤੋਂ ਚੰਗਾ ਧਿਆਨ ਜਿਹੜਾ ਲਾਉਣਾ ਹੈਗਾ, ਜਿਹੜੀ ਅਕਾਲ ਮੂਰਤ ਦਾ ਗੁਰਬਾਣੀ ਦਾ ਉਪਦੇਸ਼ ਹੈਗਾ, ਭਗਤਾਂ ਨੇ ਦਿੱਤਾ ਹੈਗਾ। ਇਹ ਜਿਹੜੀ ਅਕਾਲ ਮੂਰਤ ਹੈਗੀ, ਇਹਦੇ ਵਿੱਚ ਜਿਹੜਾ ਨਾਮ ਹੈਗਾ ਉਹ ਅਕਾਲ ਮੂਰਤ ਹੀ ਹੈ। ਇਸ ਤਰ੍ਹਾਂ ਉਹਦੀ ਜਦੋਂ ਦੇਹੀ ਗੁਰਮੁਖ ਦੇਹੀ ਸ਼ਬਦ ਸੁਧਾਰੋ, ਜਦੋਂ ਉਹਦੀ ਦੇਹੀ ਸ਼ਬਦ ਗੁਰੂ ਵਾਲੀ ਬਣ ਜਾਂਦੀ ਹੈ ਤਾਂ ਉਹ ਸ਼ਬਦ ਰੂਪ ਹੋ ਜਾਂਦਾ ਹੈ। ਇਸ ਤਰ੍ਹਾਂ ਉਹ ਜਨ ਦੇ ਵਿੱਚ ਪਾਰ ਬ੍ਰਹਮ ਜਿਹੜਾ ਹੈਗਾ ਹੁਕਮ ਪੈਦਾ ਹੋ ਜਾਂਦਾ ਹੈਗਾ। ਸਹਿਜ ਸਿਆਣਪ ਲਿਆ ਨਾ ਜਾਈਐ, ਨਾਨਕ ਐਸਾ ਗੁਰ ਵੱਡ ਭਾਗੀ ਪਾਈਏ। ਕਹਿੰਦੇ ਸਹਿਜ ਸਿਆਣਪਾਂ ਲੱਖ ਹੋਏ ਤਾਂ ਇੱਕ ਨਾ ਚੱਲੇ। ਸਿਆਣਪਾਂ ਜਿਹੜੀਆਂ ਸਹਿਜ ਹੈਗੀਆਂ, ਜਿੰਨੀਆਂ ਮਰਜ਼ੀ ਹੋਣ, ਜਿੰਨੇ ਮਰਜ਼ੀ ਹੋਰ ਤਰੀਕੇ ਹੋਣ, ਕਹਿੰਦੇ ਖਾਸ ਕਰਨ ਕੀ ਦੀ ਸਭ ਕੁਝ ਜਾਣੇ ਛੇਤਲ ਕੀ ਕੋਈ। ਬਾਕੀ ਸਾਰੀਆਂ ਵਿਧੀਆਂ ਬਣਨ ਵਾਲੀਆਂ ਹਨ, ਜਿਹੜੀ ਗੁਰਮੁਖ ਦੀ ਵਿਧੀ ਹੈ ਇਹਨੂੰ ਸੱਚ ਤੱਕ ਪਹੁੰਚਾਉਣ ਵਾਲੀ ਹੈ। ਇਸ ਕਰਕੇ ਜੇ ਸਹਿਜ ਸਿਆਣਪਾਂ ਕਰਾਂਗੇ, ਜੋ ਬਾਹਰ ਮੁਖੀ ਧਿਆਨ ਧਰਾਂਗੇ, ਉਹਦੇ ਨਾਲ ਸੱਚ ਦੀ ਸਮਝ ਨਹੀਂ ਆ ਸਕਦੀ। ਨਾਨਕ ਜੀ ਕਹਿੰਦੇ ਆ ਜਿਹੜਾ ਐਸਾ ਗਿਆਨ ਹੈ ਵੱਡੇ ਭਾਗਾਂ ਨਾਲ ਪ੍ਰਾਪਤ ਹੁੰਦਾ ਹੈ। ਉਹ ਜਿਹੜਾ ਗੁਰਬਾਣੀ ਦਾ ਉਪਦੇਸ਼ ਹੈ, ਉਹਦੀ ਸਮਝ ਜਿਹੜੀ ਹੈਗੀ ਆ, ਉਹਦੇ ਵਿੱਚ ਜਿਹੜਾ ਨਾਮ ਹੈਗਾ ਉਹਦੀ ਜਿਹੜੀ ਸਮਝ ਆਉਣੀ ਹੈ, ਭਰਮ ਦਾ ਅੰਡਾ ਟੁੱਟਣਾ ਹੈਗਾ। ਜੇ ਕਿਸੇ ਨੂੰ ਗੁਰਬਾਣੀ ਵਿੱਚ ਸਮਝ ਆ ਰਹੀ ਹੈ ਤਾਂ ਸਮਝ ਲਓ ਕਿ ਉਹ ਆਪਣਾ ਭਰਮ ਕੱਟ ਰਿਹਾ ਹੈਗਾ,
ਉਹਨੂੰ ਅੱਗੇ ਤੋਂ ਅੱਗੇ ਗਿਆਨ ਮਿਲ ਰਿਹਾ ਹੈਗਾ, ਤਾਂ ਉਹਦੀ ਜਿਹੜੀ ਡਾਇਰੈਕਸ਼ਨ ਹੈ ਸਹੀ ਹੈ, ਸਹੀ ਪਾਸੇ ਜਾ ਰਿਹਾ ਹੈਗਾ। ਪਰ ਉਹਦੇ ਵਿੱਚ ਕਮੀ ਇਹ ਹੋ ਸਕਦੀ ਹੈ, ਉਹਨੂੰ ਸਮਝ ਨਾ ਆਉਣ ਦਾ ਕਾਰਨ ਇੱਕੋ ਇੱਕ ਹੈ ਕਿ ਜਿਹੜਾ ਉਹਨੇ ਪਹਿਲਾਂ ਕੁਛ ਗਿਆਨ ਸੁਣਿਆ ਹੁੰਦਾ ਹੈ ਉਹਨੂੰ ਛੱਡਣਾ ਪੈਂਦਾ ਹੈ, ਉਹਨੂੰ ਤਿਆਗ ਦੇਣਾ ਪੈਂਦਾ ਹੈ। ਜੇ ਉਹ ਤਿਆਗ ਦੇਵੇ ਉਹਦੀ ਜਿਹੜੀ ਗਤੀ ਹੋਰ ਵੀ ਫਾਸਟ ਹੋ ਸਕਦੀ, ਹੋਰ ਵੀ ਉਹਨੂੰ ਜ਼ਿਆਦਾ ਛੇਤੀ ਸਮਝ ਆ ਸਕਦੀ ਹੈ। ਸਫਲ ਦਰਸ਼ਨ ਦੇਖਤ ਪੁਨੀਤ ਫਾਸਟ ਚਰਨ ਗਤ ਨਿਰਮਲ ਹੋਈ। ਹੁਣ ਸਫਲ ਦਰਸ਼ਨ ਜਿਹੜਾ ਉਹ ਦੇਖਤ ਪੁਨੀਤ ਹੈਗਾ। ਹੁਣ ਜਿਹੜਾ ਜੋਤ ਦਾ ਦਰਸ਼ਨ ਹੈਗਾ, ਜਿਹੜੀ ਜੋਤ ਦੀ ਸਮਝ ਹੈਗੀ ਹੈ, ਪੁਨੀਤ ਦਰਸ਼ਨ ਹੈਗਾ। ਹੁਣ ਦਰਸ਼ਨ ਦਾ ਮਤਲਬ ਅੱਖਾਂ ਦੇ ਨਾਲ ਕਿਸੇ ਦਾ ਸਰੀਰ ਦੇਖਣ ਨੂੰ ਦਰਸ਼ਨ ਨਹੀਂ ਕਹਿੰਦੇ। ਹੁਣ ਆਪਾਂ ਕੀ ਕਰਦੇ ਹਾਂ, ਕਹਿੰਦੇ ਕਿ ਗੁਰਦੁਆਰੇ ਦਰਸ਼ਨ ਕਰਕੇ ਆਇਆ। ਦਰਸ਼ਨ ਤਾਂ ਉੱਥੇ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੈਗਾ, ਉਹ ਦਰਸ਼ਨ ਨਹੀਂ ਹੈਗੇ। ਦਰਸ਼ਨ ਹੈਗਾ ਜੀ ਗੁਰਬਾਣੀ ਦੇ ਉਪਦੇਸ਼ ਨੂੰ ਸੁਣਿਆ, ਉਹਦੇ ਵਿੱਚ ਜਿਹੜੀ ਸਮਝ ਆਉਣੀ ਆ, ਜਿਹੜਾ ਉਹਦੇ ਵਿੱਚ ਨਾਮ ਹੈਗਾ, ਜਿਹੜੀ ਉਹਦੇ ਵਿੱਚ ਅਕਲ ਹੈਗੀ ਆ, ਉਹਨੂੰ ਦਰਸ਼ਨ ਕਿਹਾ ਹੈ। ਤਾਂ ਸਫਲ ਦਰਸ਼ਨ ਜੇ ਉਹਦੇ ਵਿੱਚ ਕੁਛ ਗਿਆਨ ਮਿਲਿਆ, ਗਿਆਨ ਵੀ ਜਿਹੜਾ ਆਤਮਾ ਦਾ ਨਿਰਾਕਾਰ ਦਾ, ਤਾਂ ਉਹ ਇੱਕ ਪੁਨੀਤ ਹੈਗਾ, ਤਾਂ ਪੁਨੀਤ ਦਰਸ਼ਨ ਹੈ। ਪਰਸਤ ਚਰਨ ਗਤ ਨਿਰਮਲ ਰੀਤ, ਚਰਨ ਨੂੰ ਪਰਸਣਾ ਤਾਂ ਹੈਗਾ ਕਿ ਜਿਹਦੇ ਵਿੱਚ ਨਿਰਮਲ ਰੀਤ, ਨਿਰਮਲ ਗਿਆਨ ਭਾਵ ਆਤਮ ਗਿਆਨ ਨਿਰਾਕਾਰ ਦੀ ਸਮਝ ਆ ਰਹੀ ਹੈਗੀ ਹੈ। ਚਰਨ ਪਰਸਨ ਦੇ ਨਾਲ ਵੀ ਗਤੀ ਤਾਂ ਹੋਣੀ ਹੈ ਜੇ ਆਪਾਂ ਉਹਦੇ ਵਿੱਚ ਨਿਰਾਕਾਰ ਦੀ ਸਮਝ ਲੈ ਰਹੇ ਹੈਗੇ। ਅੰਤਰੀ ਪ੍ਰੇਮ ਪ੍ਰਾਪਤੀ ਦਰਸ਼ਨ ਗੁਰਬਾਣੀ ਤੋਂ ਪ੍ਰੀਤ ਤੋਂ ਪਰਸਨ, ਕਿ ਜੇ ਅੰਦਰ ਪ੍ਰੇਮ ਪੈਦਾ ਹੋਇਆ ਤਾਂ ਸਮਝ ਲਓ ਦਰਸ਼ਨਾਂ ਦੀ ਪ੍ਰਾਪਤੀ ਹੋਈ ਹੈ, ਅਕਲ ਮਿਲੀ ਹੈ, ਬੁੱਧ ਦੀ ਪ੍ਰਾਪਤੀ ਹੋਈ ਹੈ। ਤੇ ਜੇ ਗੁਰਬਾਣੀ ਨਾਲ ਪ੍ਰੀਤ ਪੈਦਾ ਹੋਈ ਹੈ ਕਿ ਤਾਂ ਪਰਸਨ ਹੈਗਾ। ਜੇ ਇਹ ਦੋਵੇਂ ਗੱਲਾਂ ਨਹੀਂ ਹੋਈਆਂ ਤਾਂ ਇਹਦਾ ਮਤਲਬ ਹੈਗਾ ਕਿ ਆਪਾਂ ਮਨ ਨਹੀਂ ਪ੍ਰੀਤ ਮੁਖੋਂ ਗੰਢ ਲਾਵਤ, ਜਾਨਨ ਹਾਰ ਪ੍ਰਭੂ ਪ੍ਰਵੀਨ ਬਾਹਰ ਭੇਦ ਨ ਕਾਉ ਕੇ। ਨਹੀਂ ਤਾਂ ਉੱਪਰੋਂ ਵਿਖਾਵਾ ਕਰਦਾ ਹੈਗਾ, ਪਰ ਅੰਦਰ ਨਾ ਦਰਸ਼ਨਾਂ ਦੀ ਪਿਆਸ ਹੈਗੀ ਆ ਤੇ ਨਾ ਚਰਨਾਂ ਨੂੰ ਬਖਸ਼ਣ ਦੀ ਇੱਛਾ ਹੈਗੀ ਆ। ਪਰ ਜਿਹੜਾ ਹੁਕਮ ਹੈ ਉਹ ਤਾਂ ਸਾਰਾ ਕੁਝ ਜਾਣਦਾ ਹੈ, ਦੂਸਰਿਆਂ ਦੇ ਅੱਖਾਂ 'ਚ ਘੱਟਾ ਤਾਂ ਪਾ ਸਕਦਾ ਹੈ, ਪਰ ਆਪਣਾ ਜਿਹੜਾ ਹੈ ਫਾਇਦੇ ਦੀ ਬਜਾਏ ਨੁਕਸਾਨ ਹੀ ਕਰ ਰਿਹਾ ਹੈਗਾ। ਭੇਟ ਸੰਗੀ ਰਾਮ ਗੁਣ ਰਵੈ ਪਾਰ ਬ੍ਰਹਮ ਕੀ ਕਰਕੈ ਰਵੈ। ਜਦੋਂ ਆਪਣੇ ਮਨ ਨੂੰ ਇਹ ਸਾਧ ਲੈਂਦਾ ਹੈ, ਮਨ ਆਪਣੇ ਮੂਲ ਵਿੱਚ ਸਮਾ ਜਾਂਦਾ ਹੈ, ਉਸ ਸਮੇਂ ਇਹਦੀ ਭੇਟ ਸੰਗੀ ਹੈ, ਭਾਵ ਇਹਦਾ ਜਿਹੜਾ ਆਪਣੇ ਮੂਲ ਨਾਲ ਮਿਲਾਪ ਹੋ ਗਿਆ ਹੈਗਾ ਤੇ ਰਾਮ ਦੇ ਗੁਣਾਂ ਨੂੰ ਗਾਉਂਦਾ ਹੈ। ਜਦੋਂ ਰਾਮ ਦੇ ਗੁਣਾਂ ਨੂੰ ਗਾਉਂਦਾ ਹੈਗਾ ਤਾਂ ਇਸ ਤਰ੍ਹਾਂ ਇਹ ਪਾਰ ਬ੍ਰਹਮ ਕੀ ਦਰਜੇ ਕਰਦੇ, ਇਸ ਤਰ੍ਹਾਂ ਹੌਲੀ ਹੌਲੀ ਇਹ ਪਾਰ ਬ੍ਰਹਮ ਦੀ ਜਿਹੜੀ ਆਪਣੇ ਨਿੱਜ ਘਰ ਵੱਲ ਗਮਨ ਕਰ ਰਿਹਾ ਹੁੰਦਾ ਹੈ, ਆਪਣੇ ਨਿੱਜ ਘਰ ਦੇ ਵਿੱਚ ਪਹੁੰਚ ਗਿਆ ਹੁੰਦਾ ਜਾਂ ਪਹੁੰਚਣ ਵਾਲਾ ਹੁੰਦਾ ਹੈ। ਜੇ ਗੁਣ ਗਾਵਾਂਗੇ ਤਾਂ ਕਹਿੰਦੇ ਗੁਣ ਗਾਓ, ਉਹਨਾਂ ਮੈਲ ਜਿਹੜੀ ਮਾਇਆ ਦੀ ਜਿਹੜੀ ਬਿੱਠ ਹੈ, ਜ਼ਹਿਰ ਹੈ, ਉਹ ਘਟਦੀ ਜਾਣੀ ਜਾਣੀ, ਇੱਕ ਦਿਨ ਜ਼ਹਿਰ ਰਹਿਤ ਹੋ ਜਾਂਦਾ ਹੈ, ਮਾਇਆ ਰਹਿਤ ਹੋ ਜਾਂਦਾ ਹੈ, ਤਾਂ ਫਿਰ ਮਾਇਆ ਰਹਿਤ ਤਾਂ ਫਿਰ ਇਹ ਸੱਚ ਬਣ ਜਾਂਦਾ ਹੈ। ਇਸ ਤਰ੍ਹਾਂ ਇਹ ਪਾਰ ਬ੍ਰਹਮ ਦੇ ਵਿੱਚ ਸਮਾ ਜਾਂਦਾ ਹੈ ਤੇ ਆਪਣੇ ਨਿੱਜ ਘਰ ਵਿੱਚ ਗਮਨ ਕਰ ਜਾਂਦਾ ਹੈ। ਸੁਣਕਰ ਬਚਨ ਕਰਨ ਆਗਾਨੇ ਮਨ ਸੰਤੋਖ ਆਤਮ ਪਤੀ ਆਲੇ। ਇਸ ਤਰ੍ਹਾਂ ਜਿਵੇਂ ਜਿਵੇਂ ਰਾਮ ਦੇ ਗੁਣ ਗਾਉਂਦਾ ਹੈ, ਆਪਣੇ ਮੂਲ ਦੇ ਗੁਣ ਗਾਉਂਦਾ ਹੈਗਾ, ਜਿਹੜੇ ਬਚਨ ਹੈਗੇ ਆ ਹੌਲੀ ਹੌਲੀ ਜਦੋਂ ਜਿਹੜਾ ਇਹ ਪਹਿਲਾ ਗਿਆਨ ਆਪ ਲਿਆ ਹੈਗਾ, ਫਿਰ ਉਹ ਜਿਹੜਾ ਗਿਆਨ ਅੰਦਰ ਗਿਆ, ਉਹ ਅੰਦਰ ਵਾਲੇ ਨੂੰ ਹਿਰਦੇ ਵਿੱਚ ਧਾਰਨ ਕੀਤਾ ਹੈ। ਜਦੋਂ ਧਾਰਨ ਕੀਤਾ ਹੈਗਾ ਆਕਾਸ਼ ਵਿੱਚ ਜਿਹੜੀ ਜੋਤ ਹੈਗੀ ਹੈ, ਜਦੋਂ ਹੁਣ ਉਹਦੇ ਕੋਲੋਂ ਇਹ ਮਨ ਜਿਹੜਾ ਧਿਆਨ ਦੇ ਨਾਲ ਬਚਨ ਸੁਣਦਾ ਹੈਗਾ, ਉਹਦੇ ਨਾਲ ਇਹਨੂੰ ਸਮਝ ਪੈਂਦੀ ਕਿ ਜਿਹੜੀ ਅਨਹਦ ਬਾਣੀ ਹੈ, ਗੁਰ ਸ਼ਬਦ ਜਾਣੀ ਹੈ, ਇਹ ਵੀ ਕੋਈ ਚੀਜ਼ ਹੈਗੀ ਆ। ਫਿਰ ਇਹਨੂੰ ਹੌਲੀ ਹੌਲੀ ਇਹਦੇ ਜਿਹੜੇ ਹੈਗਾ ਇਹਨੂੰ ਵਿਸ਼ਵਾਸ ਹੋਣਾ ਸ਼ੁਰੂ ਹੋ ਜਾਂਦਾ ਹੈਗਾ। ਕਹਿੰਦੇ ਜਾ ਕੇ ਮਨ ਵਿਸ਼ਵਾਸ ਪ੍ਰਵਾਇਆ ਤਤ ਗਿਆਨ ਤਿਸ ਮਨ ਪ੍ਰਗਟਾਇਆ। ਜਿਵੇਂ ਜਿਵੇਂ ਇਹਦਾ ਵਿਸ਼ਵਾਸ ਵੱਧਦਾ ਹੈਗਾ ਤੇ ਜਿਹੜਾ ਇਹਦਾ ਤਤ ਗਿਆਨ ਇਹਨੂੰ ਸਮਝ ਆਉਣੀ ਸ਼ੁਰੂ ਹੋ ਜਾਂਦੀ ਹੈ, ਫਿਰ ਇਹਦੇ ਮਨ ਨੂੰ ਸੰਤੋਖ ਹੋ ਜਾਂਦਾ ਹੈਗਾ। ਤਾਂ ਜਿਹੜਾ ਆਤਮ ਹੈਗਾ ਜਿਹੜਾ ਉਹ ਪਤਿਆ ਹੋ ਜਾਂਦਾ, ਭਾਵ ਆਤਮ ਜਿਹੜੀ ਹੈਗੀ ਉਹ ਇਸ ਚੀਜ਼ ਨੂੰ ਮੰਨ ਲੈਂਦੀ ਹੈਗਾ। ਮਨ ਜਿਹੜਾ ਹੈਗਾ ਮਨ ਨੂੰ ਪਤਿਆਇਆ ਜਾਂਦਾ, ਮਨ ਨੂੰ ਭਾਵ ਗਿਆਨ ਹੋ ਜਾਂਦਾ ਹੈ, ਮਨ ਵਸ ਵਿੱਚ ਆ ਜਾਂਦਾ, ਮਨ ਹੁਕਮ ਦੇ ਅੰਦਰ ਚੱਲਣਾ ਮੰਨ ਜਾਂਦਾ ਹੈ। ਪਤਿਆਣਾ ਦਾ ਮਤਲਬ ਜੇ ਕਿਸੇ ਨੂੰ ਕਹਿੰਦੇ ਤੂੰ ਪਤਿਆਲਾ, ਇਹਨੂੰ ਇਹ ਗੁੱਸੇ ਹੋਇਆ ਹੈਗਾ, ਪਤਿਆਲੇ ਦਾ ਮਤਲਬ ਹੁੰਦਾ ਆਪਣੇ ਵਸ ਵਿੱਚ ਕਰਨਾ।
इस तरह मन नूं जित के अपने वस विच कर लैंदा है ते मन जिहड़ा अगल पति की आग्या विच चलदा है, बुद्धि पति की आग्या विच चलदी है, इक्को गल हैगी है। जां किसी बूटे च पत्ते आउणा उहदा ਵਧਾਵ हुंदा है, इसे तरह जिहड़ा ज्ञान विच वाधा होना शुरू हो जाता जदों संतोखी कहते सच मेरे संतोखी है, जिहदे अंदर संतोख होवे उहनूं ही सच मिलदा है। कहते सत संतोख हो गया तां तो सत बहादुर प्राप्त। जे सच संतोख की किसी के अंदर सच नूं समझण दी अरदास होवे सतगुर अगे जां हुकम होवे उहनूं सच अवश्य मिलदा है, जरूर मिलदा है, इहदे विच कोई शक नहीं करनी हैगी। पूरा गुर अखियो जाका मंत्र अमृत दृष्ट टेके होए संत। हुण जिहड़ा पूरा गुर हैगा ते उहदा जिहड़ा ज्ञान ਉਹ पूरा हुंदा। कहते गुर पूरे का सोनो उपदेश पार ब्रह्म निकट कर दे। ਜਿਹਨੇ पूरे गुर ਦਾ ਉਪਦੇਸ਼ ਸੁਣਿਆ ਹੁੰਦਾ ਹੈ ਉਹ ਹੁਕਮ ਨੂੰ ਆਪਣੇ ਅੰਗ ਸੰਗ ਸਮਝਦਾ ਹੈਗਾ। ਇਸ ਤਰ੍ਹਾਂ ਇੱਥੇ ਵੀ ਹੈ ਜਿਹੜਾ ਪੂਰਾ ਗੁਰ ਹੈਗਾ ਜਿਹਨੇ ਪੂਰੇ ਗੁਰ ਦੀ ਸਮਝ ਹੈਗੀ ਹੈ। ਆਖਿਆ ਹੁੰਦਾ ਇੱਕ ਆਖਿਆ ਦਾ ਮਤਲਬ ਜਿਹੜੀ ਚੀਜ਼ ਕਹੀ ਵੀ ਨਾ ਜਾ ਸਕੇ, ਹੁਣ ਉਹਨੂੰ ਸਮਝ ਤਾਂ ਹੁੰਦੀ ਹੈ ਪਰ ਅੱਗੇ ਜਿਹੜਾ ਅੱਖਰਾਂ ਦੇ ਵਿੱਚ ਉਹਦਾ ਜਿਹੜਾ ਸਮਝਾਉਣਾ ਹੈਗਾ ਉਹ ਫਿਰ ਬੁੱਝਣ ਵਾਲੀ ਗੱਲ ਰਹਿ ਜਾਂਦੀ ਹੈ। ਹੁਣ ਪੂਰਾ ਗੁਰ ਹੁਣ ਗਿਆਨ ਤਾਂ ਉਹਦਾ ਪੂਰਾ ਹੁੰਦਾ ਹੈਗਾ ਤੇ ਉਹਦਾ ਜਿਹੜਾ ਮੰਤਰ ਵੀ ਉਹਨੂੰ ਸਮਝ ਆਉਂਦੀ ਹੈ ਪਰ ਅਖਿਆ ਉਹ ਜਿਹੜਾ ਹੈਗਾ ਉਹ ਕਿਹਾ ਨਹੀਂ ਜਾ ਸਕਦਾ ਜਿਹੜਾ ਉਹਦਾ ਮੰਤਰ ਹੈਗਾ। ਹੁਣ ਜਿਹੜਾ ਹੁਕਮ ਨੂੰ ਵੀ ਹੁਕਮ ਦੇ ਵਿੱਚ ਸਮਾਇਆ ਜਾ ਸਕਦਾ ਉਹ ਕਿਵੇਂ ਕਰਦਾ ਹੈ, ਇਹਦੀ ਜਿਹੜੀ ਆਤਮ ਗਿਆਨ ਜਿਹੜਾ ਹੁੰਦਾ ਉਹ ਬੂਝ ਰੂਪ ਹੁੰਦਾ, ਉਹਨੂੰ ਸਾਰੀ ਸਮਝ ਨਹੀਂ ਹੁੰਦੀ, ਸਿਰਫ ਆਪਣੇ ਆਪੇ ਬਾਰੇ ਗਿਆਨ ਹੁੰਦਾ ਹੈ। ਇਸ ਤਰ੍ਹਾਂ ਆਤਮ ਬਾਰੇ ਦੱਸ ਸਕਦਾ ਹੈਗਾ। ਬਾਕੀ ਜਿਹੜਾ ਹੋਊਗਾ ਅਗੰਮ ਆਗਾਧ ਪਾਰ ਬ੍ਰਹਮ ਤੋਂ ਇਹ ਜੋ ਜੋ ਕਹੇ ਸੋ ਮੁਕਤਾ ਹੋਏ, ਉਹ ਤਾਂ ਅਗੰਮ ਆਗਾਧ ਹੈ, ਮਨੁੱਖੀ ਬੁੱਧੀ ਦੀ ਪਕੜ ਤੋਂ ਪਰੇ ਹੈ। ਅੰਮ੍ਰਿਤ ਦ੍ਰਿਸ਼ਟੀ ਪੇਖੇ ਹੋਏ ਸੰਤ। ਹੁਣ ਉਹਦੀ ਜਿਹੜੀ ਦ੍ਰਿਸ਼ਟੀ ਅੰਮ੍ਰਿਤਮਈ ਹੋ ਜਾਂਦੀ ਹੈ ਕਿਉਂਕਿ ਸ਼ੁੱਧ ਸੱਚ ਦਾ ਗਿਆਨ ਹੁੰਦਾ, ਸੱਚ ਦੇ ਗਿਆਨ ਦੇ ਦਰਸ਼ਨ ਕਰਾਉਂਦਾ ਹਰੇਕ ਨੂੰ। ਆਪਣੇ ਸਰੀਰ ਦੇ ਦਰਸ਼ਨ ਨਹੀਂ ਕਰਾਉਂਦਾ ਹੈਗਾ, ਆਪਣੇ ਪੈਰਾਂ ਦੇ ਮੱਥੇ ਨਹੀਂ ਟਿਕਾਉਂਦਾ ਹੈਗਾ। ਜਿਹਨੂੰ ਉਹਦੀ ਸਮਝ ਆ ਜਾਂਦੀ ਹੈਗੀ ਆ ਜੋ ਉਹ ਬੋਲਦਾ ਹੈਗਾ ਜਾਂ ਜਿਹੜਾ ਗੁਰਬਾਣੀ ਦਾ ਉਪਦੇਸ਼ ਹੈ ਜਿਹੜਾ ਉਹਦੇ ਵਿੱਚ ਗਿਆਨ ਹੈ, ਜਦੋਂ ਉਹਦੀ ਵਿਆਖਿਆ ਕਰਦਾ ਹੈ ਜਿਹੜਾ ਉਹਨੂੰ ਸਮਝ ਲੈਂਦਾ ਹੈ ਉਹ ਵੀ ਸੰਤ ਬਣ ਜਾਂਦਾ ਹੈ, ਉਹਦਾ ਵੀ ਹਿਰਦਾ ਸ਼ਾਂਤ ਹੋ ਜਾਂਦਾ ਹੈ, ਸੱਚ ਦਾ ਰੂਪ ਹੋ ਜਾਂਦਾ ਹੈ। ਪਰ ਸ਼ਰਤ ਹੈ ਕਿ ਸਤ ਸੰਤੋਖ ਹੋਵੇ, ਅਰਦਾਸ ਉਹਦੇ ਅੰਦਰ ਸੱਚ ਨੂੰ ਸਮਝਣ ਦਾ ਇੱਛਾ ਹੋਵੇ। ਗੁਣ ਬੇਅੰਤ ਕੀਮਤ ਨਹੀਂ ਪਾਈ ਨਾਨਕ ਜਿਸ ਭਾਵੈ ਤਿਸ ਲੈ ਮਿਲਾਈ। ਹੁਣ ਤੇ ਸਤਿਗੁਰੂ ਜੀ ਉਪਦੇਸ਼ ਕਰਦੇ ਹਨ ਕਿ ਜਿਹਨੂੰ ਪਰਮੇਸ਼ਰ ਨੂੰ ਜਿਹੜਾ ਭਾ ਜਾਵੇ ਉਹਨੂੰ ਆਪਣੇ ਨਾਲ ਮਿਲਾ ਲੈਂਦਾ ਹੈਗਾ। ਹੁਣ ਉਹਦੇ ਜਿਹੜੇ ਗੁਣ ਬੇਅੰਤ ਹੈਗੇ ਆ ਉਹਦੀ ਕੀਮਤ ਨਹੀਂ ਪਾਈ ਜਾ ਸਕਦੀ ਜਾਂ ਉਹਦੀ ਪੂਰੀ ਸਮਝ ਨਹੀਂ ਲਈ ਜਾ ਸਕਦੀ ਕਿਉਂਕਿ ਬੇਅੰਤ ਹੈਗਾ ਉਹ। ਤੇ ਜਿਹੜਾ ਸਮਝਣ ਵਾਲਾ ਜਿਹੜਾ ਚੇਲਾ ਹੈਗਾ, ਜਿਹੜਾ ਮਨ ਹੈਗਾ ਜਾਂ ਜਿਹੜਾ ਗੁਰਮੁਖ ਹੈਗਾ ਤੇ ਉਹ ਹੁਕਮ ਵਿੱਚ ਸਮਾ ਜਾਂਦਾ, ਭਾਣੇ ਵਿੱਚ ਸਮਾ ਜਾਂਦਾ ਹੈ ਕਿ ਉਹਦੀ ਜਿਹੜੇ ਅਗੰਮ ਅਗਾਧ ਪਾਰ ਬ੍ਰਹਮ ਹੋਏ ਉਹਦੀ ਜਿਹੜੀ ਕੀਮਤ ਪਾਉਣੀ ਉਹ ਕਿਸੇ ਨੂੰ ਵੀ ਵੱਸ ਦਾ ਰੋਲ ਨਹੀਂ ਹੈਗਾ, ਕੋਈ ਵੀ ਉਹਨੂੰ ਨਹੀਂ ਪਾ ਸਕਦਾ। ਸਿਰਫ ਉਹਦੇ ਗੁਣ ਗਾਉਣੇ ਹੀ ਜਿਹੜੇ ਆਪਾਂ ਦੱਸੇ ਹੈ ਤੇ ਆਪਾਂ ਉਹਦੇ ਗੁਣ ਗਾ ਰਹੇ ਜਿਹਨੂੰ ਸਮਝ ਹੈਗੀ ਹੈ। ਇਸ ਕਰਕੇ ਨਾਨਕ ਜੀ ਕਹਿੰਦੇ ਹਨ ਜਿਹੜਾ ਉਹਨੂੰ ਚੰਗਾ ਲੱਗਦਾ ਹੈ ਉਹਨੂੰ ਆਪਣੇ ਨਾਲ ਮਿਲਾ ਲੈਂਦਾ ਹੈ। ਮਿਲਾਉਣ ਲੈਣ ਦਾ ਮਤਲਬ ਇਹ ਹੈ ਕਿ ਉਹਨੂੰ ਸੱਚ ਸਮਝਾ ਦਿੰਦਾ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।